ਗੁਰਬਾਣੀ ਪ੍ਰਸਾਰਣ ਵਾਲੇ ਪ੍ਰਸਤਾਵ ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਪ੍ਰਤੀਕਰਮ ਸਾਹਮਣੇ ਆਇਆ। ਗਿਆਨੀ ਹਰਪ੍ਰੀਤ ਸਿੰਘ ਨੇ ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੈਸੇ ਦੇਣ ਦੀ ਕੀਤੀ ਪੇਸ਼ਕਸ਼ ਲਈ ਕਿਹਾ ਕਿ ਉਹ ਮੁੱਖ ਮੰਤਰੀ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਸਨ, ਪਰ ਖਾਲਸਾ ਪੰਥ ਦੀਆਂ ਸੰਸਥਾਵਾਂ ਤੇ ਖਾਲਸਾ ਪੰਥ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈ। ਪਰ ਜੇਕਰ ਪੰਜਾਬ ਸਰਕਾਰ ਕੋਈ ਮਦਦ ਕਰਨਾ ਚਾਹੁੰਦੀ ਹੈ ਤਾਂ ਉਹ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚੈਨਲ ਦੀ ਮਨਜ਼ੂਰੀ ਲੈ ਕੇ ਦੇਣ ਤਾਂ ਜੋ ਸ਼੍ਰੋਮਣੀ ਕਮੇਟੀ ਆਪਣਾ ਚੈਨਲ ਪ੍ਰਸਾਰਣ ਆਰੰਭ ਕਰ ਸਕੇ। ਉਹਦੇ ਲਈ ਮੈਂ ਇਹੀ ਕਹਿਣਾ ਚਾਹਾਂਗਾ ਕਿ ਦੇਖੋ, ਮੁੱਖ ਮੰਤਰੀ ਸਾਹਿਬ ਦੀਆਂ ਅਸੀਂ ਭਾਵਨਾਵਾਂ ਦਾ ਸਤਿਕਾਰ ਕਰਦੇ ਹਾਂ, ਪਰ ਖਾਲਸਾ ਪੰਥ ਦੀਆਂ ਸੰਸਥਾਵਾਂ ਤੇ ਖਾਲਸਾ ਪੰਥ ਕੋਲ ਪੈਸੇ ਦੀ ਜਿਹੜੀ ਹੈ ਉਹ ਕੋਈ ਕਮੀ ਨਹੀਂ ਹੈ। ਮੇਰੀ ਇੰਗਲੈਂਡ ਦੇ ਵਿੱਚ ਸਿੱਖਾਂ ਨਾਲ ਔਰ USA ਦੇ ਸਿੱਖਾਂ ਨਾਲ ਬਹੁਤ ਲੰਬੀ ਇਸ ਮਸਲੇ ਦੇ ਉੱਤੇ ਗੱਲਬਾਤ ਹੋਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਵੀ ਗੱਲਬਾਤ ਹੋਈ ਹੈ। ਸਮੱਸਿਆ ਪੈਸਾ ਨਹੀਂ ਹੈ, ਸਮੱਸਿਆ ਜਿਹੜੀਆਂ ਮਨਜ਼ੂਰੀਆਂ ਵਗੈਰਾ ਜਿਹੜੀਆਂ ਭਾਰਤ ਸਰਕਾਰ ਦੀ ਸੂਚਨਾ ਪ੍ਰਸਾਰਣ ਮੰਤਰਾਲੇ ਵੱਲੋਂ ਹੁੰਦੀਆਂ ਨੇ ਉਹ ਹੈ। ਜੇ ਪੰਜਾਬ ਸਰਕਾਰ ਸੁਹਿਰਦ ਹੈ ਤੇ ਮੈਂ ਉਹਨਾਂ ਨੂੰ ਇਹੋ ਹੀ ਅਪੀਲ ਕਰਨੀ ਚਾਹਾਂਗਾ ਕਿ ਕੇਂਦਰੀ ਸੂਚਨਾ ਪ੍ਰਸਾਰਣ ਮੰਤਰਾਲੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚੈਨਲ ਦੀ ਮਨਜ਼ੂਰੀ ਜਿਹੜੀ ਹੈ ਉਹ ਲੈ ਕੇ ਦੇਣ ਤੇ ਅਸੀਂ ਉਸ ਚੈਨਲ ਦੇ ਮਾਧਿਅਮ ਰਾਹੀਂ ਜਿੱਥੇ ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦਾ ਗੁਰਬਾਣੀ ਪ੍ਰਸਾਰਣ ਸੰਗਤਾਂ ਤੱਕ ਪਹੁੰਚਾ ਸਕੀਏ, ਉੱਥੇ ਧਾਰਮਿਕ ਸਰਗਰਮੀਆਂ ਜਿਹੜੀਆਂ ਸਾਡੀਆਂ ਹੁੰਦੀਆਂ ਨੇ ਭਾਰਤ ਦੇ ਅੰਦਰ ਜਾਂ ਭਾਰਤ ਤੋਂ ਬਾਹਰ ਉਹ ਅਸੀਂ ਸੰਗਤ ਦੇ ਵਿੱਚ ਪਹੁੰਚਾ ਸਕੀਏ। ਔਰ ਖ਼ਾਸ ਤੌਰ ਦੇ ਉੱਤੇ ਜਿਹੜਾ ਪਿੰਡੇ ਦੇ ਉੱਤੇ ਅਸੀਂ ਪਿਛਲੇ ਸਮੇਂ ਦੌਰਾਨ ਜ਼ੁਲਮ ਹੰਢਾਇਆ ਜਾਂ ਹੰਢਾ ਰਹੇ ਹਾਂ, ਅਸੀਂ ਇਸ ਜ਼ੁਲਮਾਂ ਦੀ ਦਾਸਤਾਨ ਵੀ ਆਪਣੇ ਹੀ ਚੈਨਲ ਦੇ ਮਾਧਿਅਮ ਰਾਹੀਂ ਦੁਨੀਆ ਨੂੰ ਦੱਸ ਸਕੀਏ। ਇਹ ਸਾਡੇ ਲਈ ਬੜਾ ਜ਼ਰੂਰੀ ਹੈ ਤੇ ਮੈਂ ਇੱਕ ਵਾਰੀ ਫਿਰ ਪੰਜਾਬ ਸਰਕਾਰ ਨੂੰ ਖਾਸ ਤੌਰ ਤੇ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹਾਂਗਾ ਕਿ ਉਹ ਭਾਰਤ ਸਰਕਾਰ ਦਾ ਜਿਹੜਾ ਕੇਂਦਰੀ ਸੂਚਨਾ ਪ੍ਰਸਾਰਣ ਮੰਤਰਾਲੇ ਹੈ ਉਹਦੇ ਤੋਂ ਮਨਜ਼ੂਰੀ ਲਈ ਗੱਲਬਾਤ ਜਿਹੜੀ ਹੈ ਉਹ ਚਲਾਉਣ। 1 ਮਹੀਨੇ ਦੇ ਅੰਦਰ ਅੰਦਰ ਸਾਨੂੰ ਉੱਥੋਂ ਜਿਹੜੀ ਕਾਗਜ਼ੀ ਕਾਰਵਾਈ ਜੇ ਪੂਰੀ ਹੋ ਜਾਂਦੀ ਹੈ ਤੇ ਅਸੀਂ ਚੈਨਲ ਜਿਹੜਾ ਹੈ ਉਹ ਪੰਥ ਦਾ ਆਪਣਾ ਉਸ ਰਾਹੀਂ ਗੁਰਬਾਣੀ ਪ੍ਰਸਾਰਣ ਜਿਹੜਾ ਹੈ ਉਹ ਕਰ ਸਕਾਂਗੇ। ਤੇ ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ੍ਰੀ ਦਰਬਾਰ ਸਾਹਿਬ 'ਚੋਂ ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ ਕੀਤੀ ਅਪੀਲ ਤੇ ਪ੍ਰਤੀਕਿਰਿਆ ਦਿੱਤੀ। ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੇ ਕਿਹਾ ਕਿ ਸਰਕਾਰ ਦੇ ਕਾਰਜ ਆਪਣੇ ਹੁੰਦੇ ਸਨ ਤੇ ਧਰਮ ਦੇ ਖੇਤਰ ਦੇ ਆਪਣੇ ਹੁੰਦੇ ਸਨ। ਉਹਨਾਂ ਕਿਹਾ ਕਿ ਸਾਨੂੰ ਚੈਨਲ ਚਲਾਉਣ ਦੇ ਮਾਮਲੇ ਵਿੱਚ ਸਰਕਾਰ ਦੀ ਕੋਈ ਜ਼ਰੂਰਤ ਨਹੀਂ ਹੈ, ਪਰ ਤੁਸੀਂ ਇਹ ਬਿਆਨ ਦੇ ਕੇ ਦੋਹਰੀ ਸਿਆਸਤ ਦਾ ਸਬੂਤ ਦਿੱਤਾ ਹੈ। ਉਹਨਾਂ ਕਿਹਾ ਕਿ ਮੈਂ ਇਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਧਰਮ ਜ਼ਰੀਏ ਸਿਆਸਤ ਨਾ ਕੀਤੀ ਜਾਵੇ ਅਤੇ ਕਮੇਟੀ ਸਾਰੇ ਕਾਰਜ ਕਰਨ ਦੇ ਖੁਦ ਸਮਰੱਥ ਹੈ। ਪਰ ਜਿਹੜੇ ਚੈਨਲ ਦੀ ਅੱਜ ਗੱਲ ਕੀਤੀ ਗਈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮਰੱਥ ਆ ਆਪਣੇ ਤੌਰ ਤੇ ਔਰ ਇਹਨੇ ਆਪਣੇ ਤੌਰ ਤੇ ਇਹਦੇ ਯਤਨ ਵੀ ਆਰੰਭ ਲਏ ਆ ਤੇ ਮੈਂ ਇਹਨਾਂ ਨੂੰ ਬੇਨਤੀ ਕਰਦਾ ਕਿ ਧਰਮ ਦੇ ਜ਼ਰੀਏ ਜਿਹੜੀ ਆ ਉਹ ਰਾਜਨੀਤੀ ਨਾ ਕੀਤੀ ਜਾਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੇ ਕਾਰਜ ਕਰਨ ਦੇ ਆਪ ਸਮਰੱਥ ਹੈ। ਤੇ ਦੂਸਰੀ ਬੇਨਤੀ ਕਿ ਤੁਸੀਂ ਆਪਣੇ ਸਰਕਾਰ ਦੇ ਜਿਹੜੇ ਕਾਰਜ ਭਾਗ ਆ ਉਹਨਾਂ ਦੇ ਵਿੱਚ ਆ ਜਿਹੜੀਆਂ ਸਾਨੂੰ ਅਸੀਂ 2-3 ਤੁਹਾਨੂੰ ਬੇਨਤੀਆਂ ਕੀਤੀਆਂ, ਉਹ 2-3 ਬੇਨਤੀਆਂ ਪ੍ਰਵਾਨ ਕਰੋ। ਉਹ ਕਾਰਜ ਜਿਹੜੇ ਸ਼੍ਰੋਮਣੀ ਕਮੇਟੀ ਦੇ ਕਰਨ ਵਾਲੇ ਉਹ ਤੁਸੀਂ ਕਰਾਓ। ਤੇ ਮੈਂ ਤੁਹਾਨੂੰ ਇਹ ਵੀ ਯਾਦ ਕਰਾਉਣਾ ਚਾਹੁੰਦਾ ਕਿ ਇਹ ਜਿਹੜਾ ਮਹਿਕਮਾ ਆ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਦਾ, ਇਹਦੀ ਜਿਹੜੀ ਸਾਰੀ ਮਨਜ਼ੂਰੀ ਆ ਸੈਂਟਰ ਤੋਂ ਲੈਣੀ ਪੈਂਦੀ ਆ ਤੇ ਜਿਹਦੇ ਲਈ ਅਸੀਂ ਆਪਣੇ ਯਤਨ ਹੁਣ ਕਮੇਟੀ ਬਣਾ ਕੇ ਆਰੰਭ ਵੀ ਦਿੱਤੇ ਆ ਤੇ ਸਾਨੂੰ ਸਰਕਾਰ ਦੀ ਕਿਸੇ ਪੱਖ ਤੋਂ ਇਸ ਚੈਨਲ ਚਲਾਉਣ ਦੇ ਵਿੱਚ ਕੋਈ ਜ਼ਰੂਰਤ ਨਹੀਂ ਸਾਨੂੰ। ਪਰ ਤੁਸੀਂ, ਮੈਂ ਸਮਝਦਾ ਅੱਜ ਇਹ ਬਿਆਨ ਦੇ ਕੇ ਦੋਹਰੀ ਰਾਜਨੀਤੀ ਦਾ ਸਬੂਤ ਦਿੱਤਾ। ਇੱਕ ਪਾਸੇ ਤਾਂ ਆਪਾਂ ਕਹਿੰਦੇ ਵੀ ਕੋਈ ਧਰਮ ਦੇ ਵਿੱਚ ਤਾਂ ਕੋਈ ਦਖਲਅੰਦਾਜ਼ੀ ਨਹੀਂ ਕਰਾਂਗੇ ਤੇ ਇਸ ਬਿਆਨ ਦੇ ਨਾਲ ਮੈਂ ਸਮਝਦਾ ਉਹ ਸਾਡਾ ਦੋਹਰਾ ਪੱਖ ਨੰਗਾ ਹੋਇਆ। ਵਾਹਿਗੁਰੂ ਜੀ ਕੀ ਫਤਿਹ। ਅੱਜ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਇੱਕ ਬਿਆਨ ਜਾਰੀ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੰਜਾਬ ਸਰਕਾਰ ਇਹ ਆਫਰ ਦਿੰਦੀ ਆ ਕਿ ਅਸੀਂ ਗੁਰਬਾਣੀ ਦਾ ਲਾਈਵ ਟੈਲੀਕਾਸਟ ਸਾਰਾ ਖਰਚਾ ਆਪ ਚੱਕਾਂਗੇ। ਮੈਂ ਸਮਝਦਾ ਸਰਕਾਰ ਦੇ ਕਾਰਜ ਆਪਣੇ ਹੁੰਦੇ ਤੇ ਧਰਮ ਦੇ ਖੇਤਰ ਦੇ ਕਾਰਜ ਆਪਣੇ ਹੁੰਦੇ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆ ਜਨਰਲ ਇਜਲਾਸ ਦੇ ਵਿੱਚ ਵੀ ਤੇ ਉਸ ਤੋਂ ਪਹਿਲਾਂ ਵੀ ਇਸ ਸਰਕਾਰ ਨੂੰ ਬੇਨਤੀ ਕੀਤੀ ਸੀ ਕਿ ਜਿਸ ਤਰਜ਼ ਤੇ ਪਹਿਲਾਂ
ਸਾਡੇ ਘੰਟਾ ਘਰ ਵਾਲੇ ਪਾਸੇ ਜਿਹੜੇ ਪੈਸੇਜ ਆ ਉਹ ਵਧੀਆ ਸੁੰਦਰੀਕਰਨ ਹੋ ਕੇ ਬਣੇ ਆ। ਉਰਲੇ ਪਾਸੇ ਇੱਕ ਸਾਡਾ ਸੁਲਤਾਨ ਪਿੰਡ ਤੋਂ ਰਸਤਾ ਚੱਲਦਾ ਜਿਹੜਾ ਬੜਾ ਕੰਜੈਸਟਡ ਆ, ਉਹਦੇ ਉੱਤੇ ਅਬਸਟਰਕਸ਼ਨਸ ਬੜੀਆਂ ਆ, ਉਹਨੂੰ ਸੁੰਦਰੀਕਰਨ ਕਰਤਾ ਜਾਵੇ ਜੇ ਸਰਕਾਰ ਦੇ ਮਨ ਦੇ ਵਿੱਚ ਕੋਈ ਚਾਹ ਹੈਗਾ। ਤੇ ਦੂਸਰਾ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਕਿ ਸਾਡੇ ਤਕਰੀਬਨ ਐਸਸੀ ਸਕਾਲਰਸ਼ਿਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰਿਆਂ ਐਜੂਕੇਸ਼ਨ ਅਦਾਰਿਆਂ ਦਾ 50 ਤੋਂ 60-70 ਲੱਖ ਕਰੋੜ ਰੁਪਈਆ ਸਾਡਾ ਸਰਕਾਰ ਵੱਲ ਪਿਆ, ਉਹਦੇ ਵੱਲ ਵੀ ਤਵੱਕੋ ਨਹੀਂ ਕੋਈ ਦਿੱਤੀ ਗਈ। ਤੇ ਮੈਂ ਸਮਝਦਾ ਜਿਹੜੇ ਕਾਰਜ ਸਰਕਾਰ ਨੇ ਕਰਨੇ, ਸ਼੍ਰੋਮਣੀ ਕਮੇਟੀ ਨੂੰ ਜਦੋਂ ਲੋੜ ਹੋਵੇ ਉਹ ਸਰਕਾਰ ਨੂੰ ਬੇਨਤੀ ਕਰਦੀ। ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ ਜਿੱਥੇ ਹਰਜਿੰਦਰ ਸਿੰਘ ਧਾਮੀ ਨੇ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਤਾਂ ਉੱਥੇ ਸ਼੍ਰੋਮਣੀ ਕਮੇਟੀ ਦੇ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਦੇ ਵੱਲੋਂ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਗਈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਬਿਨਾਂ ਕਿਸੇ ਤਿਆਰੀ ਤੋਂ ਐਲਾਨ ਕਰ ਰਹੇ ਸਨ ਅਤੇ ਮੁੱਖ ਮੰਤਰੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਕੇਂਦਰ ਸਰਕਾਰ ਦੇ ਕੋਲ ਹੈ। ਉਹਨਾਂ ਮੁੱਖ ਮੰਤਰੀ ਨੂੰ ਸਵਾਲ ਕਰਦਿਆਂ ਕਿਹਾ ਕਿ ਕੀ ਕੇਂਦਰ ਸਰਕਾਰ ਨਾਲ ਮੁੱਖ ਮੰਤਰੀ ਨੇ ਇਸ ਸੰਬੰਧੀ ਕੋਈ ਗੱਲਬਾਤ ਕੀਤੀ ਹੈ? ਲਾਈਵ ਟੈਲੀਕਾਸਟ ਕੀਤੀ ਜਾਵੇ, ਪਰ ਬੜੀਆਂ ਵੱਡੀ ਜਦੋਜਹਿਦ ਦੇ ਬਾਅਦ ਵੀ ਉਹ ਨਹੀਂ ਕੀਤਾ ਗਿਆ। ਇਸ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਦੱਸਣਾ ਚਾਹੀਦਾ ਹੈ ਕਿ ਕੀ ਉਹਨਾਂ ਨੇ ਕੇਂਦਰ ਸਰਕਾਰ ਨਾਲ ਬੈਠ ਕੇ ਗੱਲ ਕਰ ਲਈ ਹੈ ਕਿ ਦੂਰਦਰਸ਼ਨ ਜਾਂ ਆਲ ਇੰਡੀਆ ਰੇਡੀਓ ਗੁਰਬਾਣੀ ਨੂੰ ਜਿਹੜਾ ਟੈਲੀਕਾਸਟ ਕਰਨ ਵਾਸਤੇ ਤਿਆਰ ਹੋ ਗਿਆ। ਇਸ ਕਰਕੇ ਇਕੱਲੀ ਅਨਾਉਂਸਮੈਂਟ ਕਰਕੇ ਤੇ ਵਾਹਵਾ ਖੱਟਣ ਨਾਲ ਕੰਮ ਨਹੀਂ ਬਣਨਾ। ਉਹਦੇ ਪਿੱਛੇ ਹੋਮਵਰਕ ਵੀ ਮੁੱਖ ਮੰਤਰੀ ਸਾਹਿਬ ਨੂੰ ਪਹਿਲਾਂ ਆਪਣਾ ਪੂਰਾ ਕਰ ਲੈਣਾ ਚਾਹੀਦਾ। ਪ੍ਰਾਈਵੇਟ ਚੈਨਲ ਕੋਲ ਐਸਜੀਪੀਸੀ ਨੂੰ ਤਾਂ ਮਜਬੂਰੀ 'ਚ ਜਾਣਾ ਪਿਆ ਕਿਉਂਕਿ ਕਿਸੇ ਵੀ ਗਵਰਨਮੈਂਟ ਨੇ ਜਿਹੜੀ ਸੰਗਤ ਦੀ ਆਵਾਜ਼ ਸੀ ਉਹਨੂੰ ਨਹੀਂ ਸੁਣਿਆ। ਇਸ ਕਰਕੇ ਹੁਣ ਮੁੱਖ ਮੰਤਰੀ ਸਾਹਿਬ ਪਹਿਲਾਂ ਇਹ ਜ਼ਰੂਰ ਦੱਸਣ ਕਿ ਇਹਦੇ ਉੱਤੇ ਉਹਨਾਂ ਨੇ ਕਿੰਨਾ ਕੁ ਕੇਂਦਰ ਸਰਕਾਰ ਨਾਲ ਸਲਾਹ ਕਰ ਲਈ ਹੈ, ਕਿ ਪ੍ਰੋਜੈਕਟ ਬਣਾ ਕੇ ਭੇਜਿਆ ਹੈ, ਕੋਈ ਡਿਸਕਸ਼ਨ ਕੀਤੀ ਹੈ, ਤਾਂ ਹੀ ਇਹਦੇ ਤੇ ਹੋਰ ਕੋਈ ਫਰਦਰ ਜਿਹੜਾ ਕਮੈਂਟ ਹੈ ਉਹ ਕੀਤਾ ਜਾ ਸਕਦਾ। ਨਹੀਂ ਤਾਂ ਐਲਾਨ ਤਾਂ ਅੱਗੇ ਵੀ ਬਹੁਤ ਹੋ ਗਏ, ਇਹ ਵੀ ਇੱਕ ਨਵਾਂ ਐਲਾਨ। ਕਾਂਗਰਸ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਨੇ ਮਾਈਨਿੰਗ ਮਾਮਲੇ ਤੇ ਭਗਵੰਤ ਮਾਨ ਸਰਕਾਰ ਤੇ ਵੱਡਾ ਹਮਲਾ ਬੋਲਿਆ ਹੈ। ਖਹਿਰਾ ਨੇ ਕਿਹਾ ਕਿ ਮਾਨ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਮਾਈਨਿੰਗ ਦੇ 20,000 ਕਰੋੜ ਰੁਪਏ ਕਿੱਥੇ ਸਨ। ਖਹਿਰਾ ਨੇ ਦੋਸ਼ ਲਗਾਇਆ ਕਿ ਗੈਰਕਾਨੂੰਨੀ ਮਾਈਨਿੰਗ ਹਜੇ ਵੀ ਲਗਾਤਾਰ ਚੱਲ ਰਹੀ ਹੈ। ਇਸ ਦੇ ਨਾਲ ਹੀ ਕਾਂਗਰਸ ਆਗੂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਨਜਾਇਜ਼ ਮਾਈਨਿੰਗ ਮਾਮਲੇ ਵਿੱਚ ਪਰਦਾਫਾਸ਼ ਕਰਨਾ ਚਾਹੀਦਾ ਹੈ। ਮੇਰਾ ਇਹ ਮੰਨਣਾ ਕਿ ਜਦੋਂ ਭਗਵੰਤ ਸਿੰਘ ਮਾਨ ਆਪੋਜੀਸ਼ਨ ਸੀ ਜਾਂ ਅਰਵਿੰਦ ਕੇਜਰੀਵਾਲ ਲਗਾਤਾਰ ਪੰਜਾਬ ਦੇ ਮਾਈਨਿੰਗ ਦੇ ਉੱਤੇ ਬਹੁਤ ਵੱਡੀਆਂ ਟਿੱਪਣੀਆਂ ਕੀਤੀਆਂ। ਤੁਹਾਨੂੰ ਸਭ ਨੂੰ ਯਾਦ ਹੋਵੇਗਾ ਕਿ ਪਿੱਛੇ ਕਿਸੇ ਪ੍ਰੈਸ ਮੀਟ ਦੇ ਉੱਤੇ ਕੇਜਰੀਵਾਲ ਨੇ ਸਪੈਸੀਫਿਕਲੀ ਜਦੋਂ ਆਪਣੀ ਗਾਰੰਟੀਜ਼ ਦੀ ਗੱਲ ਕੀਤੀ ਕਿ ਸ਼ਾਇਦ 4 ਗਾਰੰਟੀਜ਼ ਉਹਨਾਂ ਨੇ ਦਿੱਤੀਆਂ ਪੰਜਾਬ ਦੇ ਲੋਕਾਂ ਨੂੰ, ਤੇ ਕਿਸੇ ਪੱਤਰਕਾਰ ਨੇ ਪੁੱਛਿਆ ਕਿ ਤੁਸੀਂ ਇਹਨਾਂ ਗਾਰੰਟੀਜ਼ ਵਾਸਤੇ ਪੈਸਾ ਕਿੱਥੋਂ ਲੈ ਕੇ ਆਓਗੇ, ਤਾਂ ਉਹਨਾਂ ਨੇ 2 ਸੋਰਸਸ ਆਫ ਰੈਵਨਿਊ ਆਪਣੇ ਗਿਣਾਏ। ਉਹਦੇ ਚ ਪਹਿਲਾ ਸੀਗਾ ਕਿ ਜਿਹੜੀ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਪੰਜਾਬ ਦੇ ਵਿੱਚ, ਇਹਦੇ ਚ ਅਸੀਂ 20,000 ਕਰੋੜ ਰੁਪਇਆ ਪੰਜਾਬ ਦੇ ਖਜ਼ਾਨੇ ਵਿੱਚ ਭਰਾਂਗੇ, ਕਿਉਂਕਿ ਉਹਨਾਂ ਦੇ ਹਿਸਾਬ ਦੇ ਨਾਲ 20,000 ਕਰੋੜ ਰੁਪਏ ਦੀ ਐਨੂਅਲ ਮਾਈਨਿੰਗ ਵਿੱਚ ਲੁੱਟ ਹੋ ਰਹੀ ਸੀ। ਦੂਸਰਾ ਉਹਨਾਂ ਨੇ ਕਿਹਾ ਕਿ ਪੰਜਾਬ ਦਾ ਜਿਹੜਾ ਬਜਟ ਹੈ ਉਹ 1,70,000 ਕਰੋੜ ਦਾ ਵਾ, ਤੇ ਲੋਕ ਤਾਂ ਕਹਿੰਦੇ ਆ 50% ਤੇ ਕਰਪਸ਼ਨ ਵਿੱਚ ਜਾਂਦਾ, ਲੇਕਿਨ ਮੈਂ ਅੰਦਾਜ਼ਾ ਲਾਉਣਾ ਕਿ 20% ਵੀ ਜਾਵੇ ਤਾਂ 34,000 ਕਰੋੜ ਰੁਪਇਆ ਅਰਵਿੰਦ ਕੇਜਰੀਵਾਲ ਨੇ ਅਸੈਸ ਕੀਤਾ ਕਿ 34,000 ਕਰੋੜ ਰੁਪਇਆ ਮੈਂ ਉਹ ਪਲੱਗ ਇਨ ਕਰੂੰਗਾ, ਕਰਪਸ਼ਨ ਬੰਦ ਕਰੂੰਗਾ। ਹਾਲਾਂਕਿ ਆਈ ਥਿੰਕ ਹੀ ਵੈਂਟ ਅ ਲਿਟਲ ਹੇਵਾਇਰ ਬਿਕੋਜ਼ ਜਿਹੜਾ ਕੁਝ ਬਜਟ ਦਾ ਹਿੱਸਾ ਜਿਹੜੇ ਨੇ ਉਹ ਐਸੈਂਸ਼ੀਅਲ ਐਕਸਪੈਂਡੀਚਰ ਹੈ, ਜਿੱਦਾਂ EMPLOYEES ਦੀਆਂ ਤਨਖਾਹਾਂ ਨੇ, ਉਹਦੇ ਵਿੱਚ ਕਰਪਸ਼ਨ ਤਾਂ ਹੋ ਹੀ ਨਹੀਂ ਸਕਦੀ। ਬਹੁਤ ਸਾਰੀਆਂ ਪੈਨਸ਼ਨਸ ਪੈਸਾ ਜਾਂਦਾ, ਉਹਦੇ ਵਿੱਚ ਕੁਝ ਹੋ ਹੀ ਨਹੀਂ ਸਕਦੀ। ਸਿਰਫ ਜਿਹੜਾ ਡਿਵੈਲਪਮੈਂਟ ਵਾਸਤੇ ਪੈਸਾ ਜਾਂਦਾ ਆਊਟ ਆਫ ਦਿਸ 1,70,000 ਕਰੋੜ ਆਫ ਦਾ ਬਜਟ ਆਫ ਪੰਜਾਬ, ਯੈਸ देयर इज ਕਰਪਸ਼ਨ ਇਨ ਦੈਟ ਏਰੀਆ। ਕਿਉਂਕਿ ਜਿਹੜੀਆਂ ਐਗਜ਼ੀਕਿਊਟਿਵ ਏਜੰਸੀਆਂ ਨੇ ਪੰਜਾਬ ਦੀਆਂ, ਚਾਹੇ ਉਹ ਰੂਰਲ ਡਿਵੈਲਪਮੈਂਟ ਮਹਿਕਮਾ ਵਾ, ਚਾਹੇ ਉਹ PWD ਹੈ, ਚਾਹੇ ਉਹ ਹੋਰ ਜਿਹੜੀਆਂ ਐਗਜ਼ੀਕਿਊਟ ਕਰਦੀਆਂ ਰੂਰਲ ਐਂਡ ਅਰਬਨ ਪ੍ਰੋਜੈਕਟਸ, ਉਹਦੇ ਵਿੱਚ ਕੋਈ ਸ਼ੱਕ ਨਹੀਂਗਾ ਕਿ देयर इज ਰੈਂਪੈਂਟ ਕਰਪਸ਼ਨ। ਕਿਸਾਨ ਆਗੂ ਗੁਰਨਾਮ ਸਿੰਘ ਚੜੂਣੀ ਨੇ ਵੱਡਾ ਐਲਾਨ ਕੀਤਾ ਹੈ। ਉਹਨਾਂ ਨੇ 9 ਅਪ੍ਰੈਲ ਨੂੰ 3 ਘੰਟੇ ਟੋਲ ਫ੍ਰੀ ਕਰਨ ਦਾ ਫੈਸਲਾ ਕੀਤਾ ਹੈ। ਚੜੂਣੀ ਨੇ ਸੋਸ਼ਲ ਮੀਡੀਆ ਤੇ ਦੱਸਿਆ ਕਿ 9 ਅਪ੍ਰੈਲ ਨੂੰ ਸਵੇਰੇ 10 ਵਜੇ ਤੋਂ ਦੁਪਹਿਰੇ 1 ਵਜੇ ਤੱਕ ਹਰਿਆਣਾ ਦੇ ਸਾਰੇ ਟੋਲ ਫ੍ਰੀ ਕੀਤੇ ਜਾਣਗੇ ਅਤੇ ਅਧਿਕਾਰੀਆਂ ਨੂੰ ਬੁਲਾ ਕੇ ਮੰਗ ਪੱਤਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਸਾਰੇ ਕਿਸਾਨ ਸੰਗਠਨਾਂ ਅਤੇ ਹਰਿਆਣਾ ਦੇ ਸਾਰੇ ਭਰਾਵਾਂ ਨੂੰ ਇਸ ਪ੍ਰਦਰਸ਼ਨ ਵਿੱਚ ਹਿੱਸਾ ਲੈਣਾ ਚਾਹੀਦਾ ਹੈ।
साथियों नमस्कार। साथियों, जैसी मैंने 2 दिन पहले वीडियो पाई थी और 500 रुपए क्विंटल गेहूं के बोनस की मांग की थी और उसका बड़ा अच्छा रिस्पांस सभी जगह से आया है, तो साथियों 9 तारीख को हमने ज्ञापन देना है पूरे हरियाणा में और 500 रुपए क्विंटल गेहूं के बोनस की मांग करनी है। और ये जो ज्ञापन है ये सभी टोलों पे देना है। सभी भाई टोलों पे पहुंचेंगे 10 बजे से और 1 बजे तक टोल फ्री रखने हैं और वहीं पे अधिकारी को बुलाना है, वहीं पे ज्ञापन देना है। और मेरा सारे हरियाणा के सभी संगठनों के पदाधिकारियों से और हमारे संगठन के पदाधिकारियों से भी अनुरोध है कि 9 तारीख को सुबह 10 बजे से 1 बजे तक सभी टोल फ्री कराएं। रोड जाम नहीं करना, केवल टोल फ्री कराने हैं। और इस बोनस की मांग के साथ 3 मुद्दे जो हैं वो टोलों के भी साथ जोड़े गए हैं। उनमें एक जो है वो कर्मचारी जो है टोलों के ऊपर वो सारे हरियाणा से रखे जाएं। अभी उन्होंने बाहर के कर्मचारी रख लिए हैं। और दूसरा, जैसे पहले आने जाने का किराया लेते थे, अप डाउन जो पर्ची कटवाता था वो 1.5 गुना लेते थे, अब इन्होंने सारी हैशटैग लाजमी कर दिया है और उस पर डबल पर्ची एक तरफ की डबल काटते हैं और डबल फिर आने की काटते हैं। तो ये मांगा। और तीसरा, जो 15 किलोमीटर है टोल से जो गांव है 15 किलोमीटर के रेडियस में, उनका जो टोल है वो फ्री होना चाहिए। तो ये 3 मांगे उनके साथ टोलों की जोड़ी हैं। ये ज्ञापन हमने देना है। ज्ञापन हम लिख के सभी जगह वायरल कर देंगे। वो आप जो है अपने लेटर पैड पे निकलवा लें और अपने लेटर पैड पे निकलवा के एक जो बोनस का ज्ञापन है वो प्रधानमंत्री के नाम है और जो टोलों का ज्ञापन है वो परिवहन मंत्री के नाम है। तो कृपया सभी इस बात का ध्यान करें और उसका ज्यादा से ज्यादा इस वीडियो को वायरल करें। ज्यादा से ज्यादा अपने मित्र प्यारों को अभी से उसकी तैयारी कर दें। 9 तारीख को 10 बजे से 1 बजे तक अधिकारी को वहीं बुलाएं। सबका बहुत बहुत धन्यवाद। किसान एकता जिंदाबाद, किसान एकता जिंदाबाद। ਤੇ ਉਧਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਬਰਨਾਲਾ ਵਿਖੇ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ ਗਈ ਅਤੇ SGPC ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਆ ਰਹੀ ਹੈ, ਜਿਸ ਨੂੰ ਲੈ ਕੇ ਉਹਨਾਂ ਦੀ ਪਾਰਟੀ ਜ਼ੋਰਾਂ ਸ਼ੋਰਾਂ ਨਾਲ ਚੋਣ ਦੀ ਤਿਆਰੀ ਆਰੰਭੇਗੀ। ਇਸ ਲਈ ਪਹਿਲੀ ਮੀਟਿੰਗ ਬਰਨਾਲਾ ਵਿਖੇ ਕੀਤੀ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਜ਼ਿਲ੍ਹਿਆਂ ਵਿੱਚ ਵੀ ਮੀਟਿੰਗਾਂ ਕੀਤੀਆਂ ਜਾਣਗੀਆਂ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ SGPC ਵਿੱਚ ਅੱਜ ਬਹੁਤ ਘਪਲੇ ਹੋ ਰਹੇ ਸਨ, ਜਿਸ ਨੂੰ ਸਿੱਖ ਕੌਮ ਬਰਦਾਸ਼ਤ ਨਹੀਂ ਕਰ ਸਕਦਾ। ਅੱਜ ਦਾ ਮਕਸਦ ਸੀ ਕਿ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨਾਂ ਆ ਰਹੀਆਂ ਨੇ ਔਰ ਸ਼੍ਰੋਮਣੀ ਕਮੇਟੀ ਦੀ ਤਿਆਰੀ ਕਰਨੀ ਹੁਣ ਤੋਂ ਹੀ ਆਰੰਭਾਂਗੇ ਸਟਾਰਟ ਹੋਏਗਾ। ਜੋ ਕੁਛ ਸ਼੍ਰੋਮਣੀ ਕਮੇਟੀ 'ਚ ਹੋ ਰਿਹਾ ਹੈ ਉਹ ਸਾਡੇ ਤੁਸੀਂ ਕਰਨੇ ਕੇ ਨੇ ਤੇ ਦੂਜੇ SGPC ਮੈਂਬਰਾਂ ਨੇ ਪ੍ਰੈਸ ਕਾਨਫਰੰਸ ਕਰਕੇ ਵੀ ਕਿਹਾ, ਦੱਸਿਆ ਵੀ ਕੀ ਕੁਛ ਹੋ ਰਿਹਾ ਔਰ ਜਿੰਨੇ ਘਪਲੇ SGPC 'ਚ ਹੋ ਰਹੇ ਨੇ ਕੋਈ ਵੀ ਸਿੱਖ ਬਰਦਾਸ਼ਤ ਨਹੀਂ ਕਰਦਾ। ਇਸ ਕਰਕੇ ਇਹਨਾਂ ਨੂੰ ਇਹ ਹੈ ਕਿ ਅਸੀਂ ਵੀ ਜਿਹੜੇ ਕੈਂਡੀਡੇਟ ਨੇ ਉਹ ਪੂਰੇ ਗੁਰਸਿੱਖ ਤੇ ਚੰਗੇ ਬੰਦੇ, ਚੰਗੇ ਕਰੈਕਟਰ ਦੇ, ਇਮਾਨਦਾਰ ਬੰਦੇ ਅਸੀਂ ਚੁਣ ਕੇ ਰੱਖੀਏ। ਹੁਣ ਤੋਂ ਦੇਖਾਂਗੇ ਔਰ ਉਹਨਾਂ ਨੂੰ ਉਹ ਵੀ ਹੁਣ ਜਿਹੜੇ ਜਿੱਤ ਸਕਦੇ ਨੇ। ਇਸ ਕਰਕੇ ਅੱਜ ਮੀਟਿੰਗ ਵਰਕਰਾਂ ਦੀ ਇਸ ਕਰਕੇ ਪਹਿਲੇ ਦਿਨ ਅਸੀਂ ਸਾਰੇ ਜ਼ਿਲ੍ਹਾ ਜਾਵਾਂਗੇ ਪਰ ਪਹਿਲੇ ਦਿਨ ਉੱਥੇ ਅਸੀਂ ਬਰਨਾਲਾ ਤੋਂ ਸ਼ੁਰੂ ਕੀਤਾ। ਉਸਦੇ ਤਾਂ ਕਰਪਸ਼ਨ ਹੈ ਮੇਨ। ਫਿਰ ਜੋ ਕੁਛ ਹੋ ਰਿਹਾ ਕਿ ਪ੍ਰਧਾਨਗੀ ਤਾਂ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨਗੀ ਛੱਡਣ ਨੂੰ ਤਿਆਰ ਨਹੀਂ ਸਾਰੇ। ਤੇ ਕਈ ਜਾਂਦੇ ਭਾਈ ਤੁਸੀਂ ਹਾਰ ਕੇ ਬਹੁਤ ਬੁਰੀ ਤਰ੍ਹਾਂ। ਅਸੀਂ ਜਦੋਂ ਵੱਖਰੇ ਹੋਏ ਉਦੋਂ ਵੀ ਇਹ ਗੱਲ ਹੋਈ ਸੀ ਕਿ 14-15 ਸੀਟਾਂ ਅਸੀਂ ਦਿੱਤੀਆਂ ਵੀ ਭਾਈ ਤੂੰ ਪ੍ਰਧਾਨਗੀ ਤੋਂ ਅਸਤੀਫਾ ਦੇ। ਉਦੋਂ ਨਹੀਂ ਦਿੱਤਾ, ਹੁਣ 3 ਰਹਿ ਗਈਆਂ, ਹੁਣ ਵੀ ਨਹੀਂ ਦਿੰਦਾ। ਤੇ ਹੁਣ ਇਹ ਹੈ ਕਿ ਸ਼੍ਰੋਮਣੀ ਕਮੇਟੀ ਕਿਵੇਂ ਸਾਡੇ ਕੋਲ ਰਹੇ। ਇੱਕ ਮੈਂ ਅੱਜ ਉਹਨੂੰ ਕਹਿਣਾ ਚਾਹੁੰਦਾ ਕਿ ਸ਼੍ਰੋਮਣੀ ਕਮੇਟੀ ਜੋ ਮਰਜ਼ੀ ਕਰ ਲਓ, ਸ਼੍ਰੋਮਣੀ ਕਮੇਟੀ ਸਿੱਖ ਤੁਹਾਨੂੰ ਵੋਟ ਕਿਸੇ ਵੀ ਕੀਮਤ ਤੇ ਨਹੀਂ ਪਾ ਸਕਦੇ। ਆਪਣੇ ਗੁਰੂ ਘਰਾਂ ਨੂੰ ਲੁੱਟਦਿਆਂ ਨੂੰ ਦੇਖਿਆ ਨਹੀਂ ਜਾ ਸਕਦਾ, ਕੋਈ ਵੀ ਸਿੱਖ ਨਹੀਂ ਤਿਆਰ ਹੋਏਗਾ। ਦੇਖੋ ਇਹ ਤਾਂ ਹੁਣ ਮੈਂ ਨਹੀਂ ਕਹਿ ਸਕਦਾ, ਇਹ ਤਾਂ ਹੁਣ ਸਟੇਟ ਗਵਰਨਮੈਂਟ 'ਤੇ ਹੈ। ਅਜੇ ਤੱਕ ਕਮਿਸ਼ਨ ਨੂੰ ਨਾ 9 ਮਹੀਨੇ ਹੋ ਗਏ ਤਨਖਾਹ ਮਿਲੀ ਹੈ, ਨਾ ਉਹਨੂੰ ਸਟਾਫ ਮਿਲਿਆ, ਦਫ਼ਤਰ ਜ਼ਰੂਰ ਦਿੱਤਾ। ਹੁਣ ਇਹ ਸੂਬੇ ਦੀ ਸਰਕਾਰ ਨੇ ਕਰਾਉਣਾ। ਅਸੀਂ ਜਾਵਾਂਗੇ ਹੁਣ, ਅਸੀਂ ਪਹਿਲਾਂ ਮੀਟਿੰਗ ਕਰਾਂਗੇ, ਪੰਥਕ ਜਥੇਬੰਦੀਆਂ ਨੂੰ ਇਕੱਠਿਆਂ ਕਰਨ ਦਾ ਯਤਨ ਕਰਾਂਗੇ।
ਫਿਰ ਅਸੀਂ ਇਕੱਠੇ ਜਾ ਕੇ ਕੋਸ਼ਿਸ਼ ਕਰਾਂਗੇ ਕਿ ਇਹ ਜਲਦੀ ਹੋਵੇ। ਸਾਲ ਦੱਸਦਾ ਕਿ ਮੇਰਾ ਸਾਲਾਂ ਪਹਿਲਾਂ ਸੀਗਾ ਮੰਡੀ ਬੋਰਡ, ਇੱਕ ਮੰਡੀ ਬੋਰਡ ਦਾ ਮੁਲਾਜ਼ਮ ਆਇਆ, ਕਹਿੰਦਾ ਮੈਂ 5 ਸਾਲ ਤੋਂ ਕੰਮ ਕਰਦਾ ਜੀ, ਮੈਨੂੰ ਕੱਢਤਾ। ਆ ਹੁਣੀ ਹਫ਼ਤੇ ਦੀ ਗੱਲ ਹੈ। ਮੈਂ ਕਿਹਾ ਤੈਨੂੰ ਕੱਢਤਾ ਕਿਵੇਂ? ਉਹ ਤਾਂ ਕੱਢਣ ਦਾ ਮਤਲਬ ਹੀ ਨਹੀਂ ਹੁੰਦਾ, ਉਹ ਤਾਂ ਤੁਮ ਪੱਕੇ ਕਰਦੇ ਆ। ਤੇ ਉਹਨਾਂ ਨੂੰ ਹੁਣ ਤੱਕ ਕੱਢ ਦਿੱਤਾ। ਮੈਨੂੰ ਦੱਸੋ ਵੀ ਕੀ ਪੱਕੇ ਕਰ ਰਹੇ ਨੇ ਕਿ ਕੱਢ ਰਹੇ ਨੇ? ਮੈਂ ਉਹਨੂੰ ਕਿਹਾ ਵੀ ਸੀਐਮ ਦੇ ਉਹਨੇ ਨੰਬਰ ਦਿੱਤਾ, ਉਸ ਨੰਬਰ 'ਤੇ ਜਾ ਕੇ ਗੱਲ ਕਰ। ਤੇ ਸੀਐਮ ਨੂੰ ਕਿਹਾ ਵੀ ਤੁਸੀਂ ਕਹਿ ਰਹੇ 35,000 ਅਸੀਂ ਪੱਕਾ ਕਰਨਾ, ਲੇਕਿਨ ਮੈਨੂੰ ਤਾਂ 4-5 ਸਾਲ ਤੋਂ ਮੈਂ ਕੰਮ ਕਰਦਾ, ਕੱਢ ਦਿੱਤਾ।